ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲੇ ਗੁਣ ਬਿਹੂਣ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਧ ਮਿਲਾਵਾ ਹੋਈ। ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਵੈਣਾ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ। ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਸਾਰੇ ਮਾਈ ਭਾਈ ਮਿਲ ਕੇ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗਾਇਨ ਕਰ ਰਹੇ ਸੋ। ਮਹਾਰਾਜ ਨੇ ਬਖਸ਼ਿਸ਼ ਰਹਿਮਤ ਕੀਤੀ ਹੈ। ਕੁਝ ਸਮਾਂ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਅਸੀਂ ਗੁਰਬਾਣੀ ਵਿਚਾਰ ਕਰਨ ਦਾ ਨਿਮਾਣਾ ਜਿਹਾ ਉਪਰਾਲਾ ਕਰਨੇ ਹਾਂ। ਮਹਾਰਾਜ ਅੱਜ ਮਿਹਰ ਭਰਿਆ ਹੱਥ ਰੱਖਣ। ਧੰਨ ਗੁਰੂ ਨਾਨਕ ਪਾਤਸ਼ਾਹ ਆਪਣੀ ਬਖਸ਼ਿਸ਼ ਰਹਿਮਤ ਸਿਰ 'ਤੇ ਹੱਥ ਰੱਖ ਕੇ ਸਾਡੇ ਕਲਯੁਗੀ ਜੀਵਾਂ ਪਾਸੋਂ ਸੇਵਾ ਲੈਣ ਦੀ ਬਖਸ਼ਿਸ਼ ਕਰਨ। ਆਓ ਮਨ ਬਿਰਤੀ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਜਿੱਥੇ ਸਰੀਰ ਕਰਕੇ ਬੈਠੇ ਹਾਂ, ਕਿੱਥੇ ਮਨ ਦੀ ਵੀ ਹਾਜ਼ਰੀ ਉਸ ਦਰਗਾਹ ਵਿੱਚ ਲੱਗ ਜਾਏ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੋਡੀ ਬਦਲੇ ਜਾਏ। ਧੰਨ ਗੁਰੂ ਨਾਨਕ ਪਾਤਸ਼ਾਹ ਇਸ ਪਵਿੱਤਰ ਸ਼ਬਦ ਦੇ ਅੰਦਰ ਸਾਨੂੰ ਹਲੂਣਾ ਦੇ ਰਹੇ ਹਨ ਔਰ ਸੁਚੇਤ ਕਰ ਰਹੇ ਹਨ ਕਿ ਹੇ ਭਲੇ ਮਨੁੱਖ, ਸਾਰੀ ਜ਼ਿੰਦਗੀ ਨੂੰ ਦੋ ਪਾਰਟ ਵਿੱਚ ਸਤਿਗੁਰੂ ਨੇ ਇੱਥੇ ਦਰਸਾਇਆ ਹੈ, ਇੱਕ ਰਾਤ ਤੇ ਇੱਕ ਦਿਨ। ਔਰ ਦੋਨੋਂ ਸਮਿਆਂ ਨੂੰ ਗੁਰੂ ਸਾਹਿਬ ਨੇ ਸਾਨੂੰ ਕਿਵੇਂ ਸਮਝਾਉਣ ਦਾ ਯਤਨ ਕੀਤਾ ਹੈ। ਉਹ ਦੱਸਿਆ ਹੈ ਕਿ ਜਿਹੜੀ ਰਾਤ ਹੈ, ਇਹ ਭਲਿਆ ਤੂੰ ਤੇ ਸੋ ਕੇ ਗਵਾ ਦਿੱਤੀ ਹੈ। ਦਿਨ ਜਿਹੜਾ ਹੈ ਉਹ ਖਾ ਕੇ ਗੁਜ਼ਾਰ ਦਿੱਤਾ ਹੈ। ਭਾਵ ਕਿ ਤਰ੍ਹਾਂ ਤਰ੍ਹਾਂ ਦੇ ਸਵਾਦ ਲੈ ਕੇ ਰਸਨਾ ਰਾਹੀਂ ਤੂੰ ਖਾਂਦਾ ਰਿਹਾ ਹੈ। ਪਰ ਤੈਨੂੰ ਇਹ ਨਹੀਂ ਪਤਾ ਸੀ ਕਿ ਹੀਰੇ ਵਰਗਾ ਤੈਨੂੰ ਜਨਮ ਮਿਲਿਆ ਹੈ ਤੇ ਤੂੰ ਬਾਜ਼ਾਰ ਵਿੱਚ ਹੀਰੇ ਦੇ ਕੇ ਤੇ ਕੋਡੀਆਂ ਖਰੀਦ ਕੇ ਲੈ ਕੇ ਆਪਣੇ ਇਸ ਜਨਮ ਨੂੰ ਅਜ਼ਾਇਆ ਕਰ ਦਿੱਤਾ ਹੈ। ਇਹ ਨੇ ਅਖਰੀ ਅਰਥ। ਸਤਿਗੁਰੂ ਮਹਾਰਾਜ ਕਹਿੰਦੇ ਹਨ
देखो, रात ये नहीं कि महाराज ने सौन वास्ते मना किया है। ਜਦੋਂ ਸਾਰਾ ਦਿਨ ਵਿਕਾਰ ਕਮਾਵਾਂਗੇ ਤੇ ਰਾਤ ਉਹ ਫਿਰ ਸੋਈ ਵਾਲੀ ਮੰਨੀ ਜਾਏਗੀ। ਮਹਾਰਾਜ ਤੇ ਕਹਿੰਦੇ ਨਾ, ਸੁੱਤਿਆਂ ਗੁਰੂ ਸਲਾਹੀ ਹੈ, ਉੱਠਦਿਆਂ ਵੀ ਧਿਆਓ। ਭਾਵ ਕਿ ਜੇ ਸਾਰਾ ਦਿਨ ਪ੍ਰਭੂ ਦੇ ਨਾਮ ਦੀ ਬਾਣੀ ਪੜਾਂਗੇ ਤੇ ਸਾਡਾ ਸੋਣਾ ਵੀ ਸਫਲਾ ਹੈ। ਜੇ ਖਾਣ ਵਿੱਚ, ਵਿਕਾਰ ਵਿੱਚ ਅਸੀਂ ਜ਼ਿੰਦਗੀ ਨੂੰ ਬਤੀਤ ਕੀਤੀ ਤੇ ਸਾਡਾ ਫਿਰ ਇਹ ਸੋਣਾ ਹੈ, ਰਹਿਣ ਗਵਾਈ, ਇਹ ਗਵਾ ਦਿੱਤੀ ਹੈ। ਸੁੱਤਿਆਂ ਗੁਰ ਸਾਹ ਲਾਹੀਏ, ਉੱਠਦਿਆਂ ਵੀ ਗੁਰ ਧਿਆਓ, ਅਲਾਓ ਵਾਹਿਗੁਰੂ, ਉੱਠਦਿਆਂ ਵੀ ਅਲਾਓ। ਸਵੇਰੇ ਉੱਠੋ, ਸਤਿਗੁਰੂ ਦਾ ਸ਼ੁਕਰਾਨਾ ਕਰੋ, ਬਾਣੀ ਪੜ੍ਹੋ, ਨੇਮ ਕਰੋ, ਕਿਰਤ ਕਰੋ, ਉਹਦੇ ਵਿੱਚ ਪ੍ਰਭੂ ਦਾ ਨਾਮ ਜਪੋ। ਜਦੋਂ ਤੁਸੀਂ ਇਹ ਕਿਰਿਆ ਨਾਲ ਕਰੋਗੇ, ਉਸ ਵੇਲੇ ਫਿਰ ਰਹਿਣ ਗਵਾਈ ਨਹੀਂ ਜਾਏਗੀ। ਕਈ ਵਾਰੀ ਸਰੀਰ ਐਸੇ ਵੀ ਹੁੰਦੇ ਹਨ ਜਿਹੜੇ ਰਾਤ ਨੂੰ ਵੀ ਸੁੱਤਿਆਂ ਪਏ ਬਾਣੀ ਪੜ੍ਹਦੇ ਹੁੰਦੇ ਹਨ, ਕਿਉਂਕਿ ਤਾਂ ਹੀ ਪੜ੍ਹਿਆ ਜਾ ਸਕਦਾ ਹੈ ਜੇ ਸਾਰਾ ਦਿਨ ਬਾਣੀ ਪੜ੍ਹਦੇ ਹੋਵਾਂਗੇ। ਕਈ ਵਾਰੀ ਤੁਹਾਡੇ ਵੀ ਚਿੱਤ ਵਿੱਚ ਆਉਂਦੀ ਹੋਣੀ ਹੈ ਕਿ ਕਈ ਵਾਰੀ ਉੱਠਦੋ ਤੇ ਚੁਪਈ ਸਾਹਿਬ ਦਾ ਪਾਠ ਚੱਲ ਰਿਹਾ ਹੁੰਦਾ ਹੈ, ਕਈ ਵਾਰੀ ਜਪਜੀ ਸਾਹਿਬ ਚੱਲ ਰਿਹਾ ਹੁੰਦਾ ਹੈ। ਇਹ ਕੀ ਹੈ? ਇਹ ਸਾਰੇ ਦਿਨ ਦੀ ਜੋ ਕਿਰਿਆ ਹੁੰਦੀ ਹੈ ਨਾ। ਕਬੀਰ ਸੁਪਨੇ ਹੋ ਬਰੜਾਏ ਕੇ, ਜੇ ਮੁਖ ਨਿਕਸੇ ਰਾਮ। ਜੇ ਸੁਪਨੇ ਦੇ ਵਿੱਚ ਵੀ ਕੋਈ ਬੜਾ ਕੇ ਰਾਮ ਕਹਿੰਦਾ ਨਾ, ਤਾਂ ਕਿ ਪੱਕੀ ਪਾ ਨਹੀਂ ਮੇਰੇ ਤਨ ਕੋ ਚਾਮ। ਕਹਿੰਦੇ ਮੇਰੇ ਤਨ ਦੀ, ਭਾਵ ਇਸ ਦੀ ਜੁੱਤੀ ਬਣਾ ਕੇ ਉਸ ਨਾਮ ਜਪਣ ਵਾਲੇ ਦੇ ਚਰਨਾਂ ਦੇ ਵਿੱਚ ਲਗਾ ਦਿਓ। ਤਾਂ ਮਹਾਰਾਜ ਇੱਥੇ ਕਹਿ ਰਹੇ ਨੇ ਕਿ ਭਾਈ ਤੂੰ ਰਾਤ ਹੈ ਨਾ ਜਿਹੜੀ, ਉਹ ਸੌਂ ਕੇ ਗਵਾ ਦਿੱਤੀ ਹੈ, ਤੇ ਦਿਨ ਸੀ ਜਿਹੜਾ ਉਹ ਖਾ ਕੇ ਗਵਾ ਦਿੱਤਾ। ਸਵੇਰ ਹੁੰਦੀ ਹੈ, ਸਾਨੂੰ ਨਾਸ਼ਤੇ ਦੀ ਪਰਵਾਰ ਵਿੱਚ ਫਿਕਰ ਪੈ ਜਾਂਦੀ ਹੈ, ਕੀ ਬਣਾਉਣਾ ਹੈ। ਨਾਸ਼ਤਾ ਚੱਲ ਰਿਹਾ ਹੁੰਦਾ ਹੈ, ਘਰ ਦੀਆਂ ਗ੍ਰਹਿਣੀਆਂ ਲੰਚ ਦਾ ਸੋਚਦੀਆਂ ਨੇ ਕੀ ਬਣਾਉਣਾ ਹੈ, ਔਰ ਫਿਰ ਰਾਤ ਨੂੰ ਫਿਰ ਕੀ ਬਣਾਉਣਾ ਹੈ। ਸਾਡਾ ਸਵਾਦ ਵਿੱਚ ਹੀ ਧਿਆਨ ਹੈ। ਮਹਾਰਾਜ ਕਹਿੰਦੇ ਨੇ, ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ, ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ। ਖਾਂਦਿਆਂ ਹੋਇਆਂ, ਪੀਂਦਿਆਂ, ਖੇਲਦਿਆਂ, ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ। ਇਸ ਸਵਾਦਲੇ ਭੋਜਨ ਕਰਕੇ, ਪਦਾਰਥਾਂ ਕਰਕੇ ਅਸੀਂ ਕਈ ਜਨਮਾਂ ਤੋਂ ਭਰਮਾਂ ਦੇ ਵਿੱਚ, ਭਾਵ ਕਿ ਸਾਨੂੰ ਕਈ ਜਨਮਾਂ ਦੇ ਵਿੱਚੋਂ ਹੁੰਦੇ ਆ ਰਹੇ ਹਾਂ, ਕਿ ਸਾਰੀ ਤਵੱਜੋ ਸਾਡੀ ਖਾਣ ਤੇ ਨਹੀਂ ਹੈ। ਖਾਣਾ ਜ਼ਰੂਰ ਹੈ, ਅਸੀਂ ਜੀਣ ਵਾਸਤੇ ਖਾਣਾ ਹੈ, ਨਾ ਕਿ ਖਾਣ ਵਾਸਤੇ ਜੀਣਾ ਹੈ। ਧਿਆਨ ਦੇਣਾ। ਕਈ ਬੰਦੇ ਜ਼ਿੰਦਗੀ ਵਿੱਚ ਕਹਿੰਦੇ ਨੇ ਜੋ ਕੁਝ ਖਾਣਾ ਪੀਣਾ ਖਾ ਲਓ, ਅੱਗੇ ਕਿੰਨੇ ਦੇਖਿਆ। ਆਮ ਤੌਰ ਤੇ ਅਸੀਂ ਕਹਿੰਦੇ ਹਾਂ, ਪਰ ਸਾਧ ਸੰਗਤ, ਜਿੰਨੇ ਸਵਾਦਲੇ ਪ੍ਰਸ਼ਾਦੇ, ਜਿੰਨੀਆਂ ਸਵਾਦੀ ਪਦਾਰਥ ਅਸੀਂ ਖਾਵਾਂਗੇ, ਉਹਨੇ ਸਾਡੇ ਅੰਦਰ ਵਿਕਾਰ ਪੈਦਾ ਹੋਣਗੇ। ਅਲਪ ਸਹਾਰ ਸੁਲਭ ਸੀ ਨਿੰਦਰਾ। ਆਹਾਰ ਹਲਕਾ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਚਟਪਟਾ ਸਵਾਦੀ ਨਹੀਂ ਹੋਣਾ ਚਾਹੀਦਾ। ਕਿਉਂ? ਕਿਉਂਕਿ ਉਹ ਵਿਕਾਰ ਪੈਦਾ ਕਰਦੇ ਨੇ। ਜਿੰਨੇ ਵੀ ਤੁਸੀਂ ਮਸਾਲੇਦਾਰ ਚੀਜ਼ਾਂ ਖਾਓਗੇ, ਉਨੀ ਵਿਕਾਰੀ ਬਿਰਤੀ ਬਣੇਗੀ। ਇਹ ਗੁਰਬਾਣੀ ਕਹਿ ਰਹੀ ਹੈ, ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੂ ਕੀ ਵਾੜੀ ਜੀਓ। ਖਾ ਖਾ ਕੇ ਕੀ ਹੁੰਦਾ ਹੈ? ਬਦ ਫੈਲੀ, ਭਾਵ ਕਿ ਭੈੜੇ ਕੰਮਾਂ ਵੱਲ ਧਿਆਨ ਆਉਂਦਾ ਹੈ, ਕਿਉਂਕਿ ਤਵੱਜੋ ਹੀ ਅਸੀਂ ਖਾਣ ਨੂੰ ਦਿੱਤੀ ਹੈ। ਇਤਨੀ ਤਵੱਜੋ ਅਸੀਂ
सिमरन वाल कीती हुंदी। देखो खाना जरूरी है, पर इतना जरूरी नहीं है कि असी अपना सारा ध्यान ही खाण वास्ते ला दिता। हुण की खाना है, इस तो बाद की खाना है। खांदियां खांदियां मूँह घटा, पहनदियां सब अंग, नानक त्रिग तिना दा जीविया, जिन सच न लागो रंग। कहते ने खा खा के मारे, कहते ने खांदियां खांदियां मूँह घटा, ये दंद भी तेरे मूँह भी घिस गया। पता नहीं कितने चिर तो असी खा रहे हैं और किन्ने ही पदार्थ खा बैठे हैं। देखो जे लिस्ट बना के रखिए, जिन्नी उम्र है कितना कुछ खा बैठे हैं, दंद घस गए ने। महाराज कहते नानक त्रिग तिना दा जीविया, उन्हां दा जीवन तिरकार है, जिन सच ना लागो रंग। इत्थे यह भी भाव निकलता है कि कोई भी चीज़ असी खा रहे हैं बिना वाहिगुरु के नाम तो जपन तो, वो भी अंदर नुकसान देती है। जे प्रसाद छत ही अमृत खाएं, थिस ठाकुर को रख मन माहे। इस करके महाराज कहते ने खांदियां खांदियां मूँह भी घिस गया, पहनदियां सब अंग। कितने कपड़े असी हंडा बैठे हाँ इस तन तो, पर असी हले तक ये नहीं समझ पाए कि इस खान दे चक्कर विच सानू कितने जन्म सानू भुगतते आ रहे हैं। तो महाराज कहते ने बाबा होर खाना खुशी खुआर, जित खादे तन पीड़िए, मन में चले विकार। कहते ने वो खाना जिदे नाल तन दे विच विकार पैदा होण, वो खाना कदी ना खाओ। देखो गुरु अमरदास वेले भी, महाराज दे वेले बड़े लंगरां दा सिस्टम चल गया सी। 36 प्रकार दे स्वादिष्ट पदार्थ संगत बनान लग पई। महाराज ने एक दिन वेख्या, भाई बल्लू ने कहा महाराज इतने लंगर इतने स्वादिष्ट, लंगर वाली ध्यान नहीं सी संगत दा। ते महाराज ने उस वेले कहना पिया सब सिस्टम बंद कर दो, खिचड़ी ते दलिया ही चलेगा। ये इतिहास है साडा। भाव कि जिन्ने स्वादिष्ट असी पदार्थ खावांगे उतना ही सानू रोगां दे नाल असी ग्रस्त होवांगे। मैं अपने एरिए तो 1 किलोमीटर तक जाना वा ना, मनु रस्ते विच इतने रेस्टोरेंट नज़र आते ने, इतने होटल नज़र आते ने, मनु इस तरह फील होंदा है कि घर कोई रोटी बनाता ही नहीं रात वेले। जो 6-7 बजते ने, लोगों का रश इतना होंदा है, खान ते इतनी तवज्जो है। जितना असी जंक फूड खा रहे हैं, मैं समझना आज तो 15-20 साल पहला असी नहीं खाते सी। और शायद बीमारियां का घर भी यही बने। जितने असी पहला इतने हॉस्पिटल भी नहीं होंदे सन, इतने कैमिस्ट नहीं सन, इतने डॉक्टर्स नहीं सन। देखो जे ध्यान नाल सुनो ना कि जे असी खान नूं तवज्जो दे रहे हैं ना, ये जितने भी रोगी आएंगे ना, तो डॉक्टर फिर इक्को वारी कहता है कि भाई तुहानूं ये भी बंद है, मिठा भी बंद है, तले पदार्थ भी बंद ने। ये जितनियां भी बीमारियां ने, मैनूं कहण देना ये साडे जीव दे स्वाद करके। महाराज कह रहे ने रैन गवाई सोए के दिवस गवाया खाए। क्यों कहना पिया महाराज नूं? क्योंकि खाण वास्ते नहीं असी जीना, असी जीण वास्ते खाना है। कि मैनूं लोड़ है, मेरे शरीर नूं लोड़ है, क्योंकि एक घोड़ा है शरीर, और घोड़े कोलों कम लैना है। असी सिमरन ते बहना है, असी संगत विच बहना है, असी काम करना है, और इस घोड़े नूं चलाउण वास्ते पदार्थ खाण दी लोड़ है। पर इतने नहीं लोड़ जितनी असी ठूस भी देने हैं। मैं अक्सर विआहां ते भी देखा है, बंदे दी लालच बिरती इतनी है, मैं किसी वाल इशारा नहीं कर रहा, जदों कित्थे विआह शादी ते जांदे ने इतना खा लैंदे ने, उन्हां दे विच हुण हिम्मत नहीं है, फिर भी मिठा खा लैंदे ने उत्तों दी। ये की कारण है? ये लालच बिरती है। जे सानू महापुरुष कहंदे सन, कहंदा बच्चिया अख भुखी नहीं होनी चाहिए, पेट भुखा हो जाए चल जाएगा। ध्यान देना इस गल ते। जिहदी अख भुखी होंदी है ना, वो खाण तो बाद भी वह ध्यान होएगा। पेट की जगह नहीं है, अख भुखी है। तो जे अख रजी होएगी ना, तो पेट भुखा भी होएगा
ਤਾਂ ਵੀ ਬੰਦਾ ਸਾੜ ਜਾਏਗਾ। ਫਿਰ ਮੈਂ ਇੱਕ ਵਾਰੀ ਰਿਪੀਟ ਕਰਦਾ, ਸੋਨੇ ਵਰਗੀ ਚੀਜ਼ ਕਿਸੇ ਦੀ ਪਈ ਹੈ, ਜੇ ਸਾਡੀ ਨਜ਼ਰ ਦੇ ਉੱਤੇ ਭੁੱਖ ਨਹੀਂ ਪਈ, ਸਾਡੀ ਧਿਆਨ ਨਹੀਂ ਆਉਂਦਾ, ਸਮਝ ਲੈਣਾ ਤੁਹਾਡੀ ਨਜ਼ਰ ਭਰੀ ਪਈ ਹੈ। ਤੇ ਜੇ ਰੱਜੇ ਹੋਏ ਆ ਉਸ ਤੋਂ ਬਾਅਦ ਕਿਸੇ ਦੀ ਚੀਜ਼, ਭਾਵੇਂ ਪਦਾਰਥ ਨੇ ਤੇ ਭਾਵੇਂ ਮਾਇਆ ਵੇ ਤੇ ਭਾਵੇਂ ਕੋਈ ਵੀ ਉਹਦਾ ਹੈ, ਮੇਰੀ ਗੱਲ ਦੀ ਤਵੱਜੋ ਦੇਣਾ। ਮੇਰੇ ਕਹਿਣ ਤੋਂ ਮੁਰਾਦ ਕਿ ਕਿਸੇ ਨੂੰ ਅੱਖ ਰੱਜੀ ਹੋਣੀ ਚਾਹੀਦੀ। ਗੁਰੂ ਅੱਗੇ ਉਹ ਮਾਰੇ ਕਹਿੰਦੇ ਨੇ, ਅੱਖੀ ਵੇਖ ਨਾ ਰੱਜੀਆਂ ਬੋ ਰੰਗ ਤਮਾਸ਼ੇ। ਇਹ ਅੱਖਾਂ ਨਹੀਂ ਰੱਜਦੀਆਂ। ਜਦੋਂ ਅੱਖ ਰੱਜ ਗਈ ਨਾ, ਉਦੋਂ ਤੁਹਾਡਾ ਪੇਟ ਭੁੱਖਾ ਵੀ ਹੋਏਗਾ ਨਾ ਤਾਂ ਵੀ ਕੰਮ ਚੱਲ ਜਾਏਗਾ। ਕਿਉਂ? ਕਿਉਂਕਿ ਅੱਖ ਇਜਾਜ਼ਤ ਨਹੀਂ ਦੇ ਰਹੀ ਸਾਨੂੰ। ਮਿੱਠੇ ਦੀ ਇਜਾਜ਼ਤ ਨਹੀਂ ਹੈ, ਪੇਟ ਇਜਾਜ਼ਤ ਨਹੀਂ ਦੇ ਰਿਹਾ, ਪਰ ਅੱਖ ਭੁੱਖੀ ਹੈ। ਉਹ ਕਹਿੰਦਾ ਖਾ ਲੈ ਮਿੱਠਾ, ਭਾਵੇਂ ਘਰ ਜਾ ਕੇ ਉਲਟੀਆਂ ਕਰੇਗਾ, ਸਵੇਰੇ ਡਾਕਟਰ ਕੋਲ ਭਾਵੇਂ ਜਾਣਾ ਪਵੇ, ਪਰ ਜੇ ਅੱਖ ਭੁੱਖੀ ਸੀ, ਸਿਆਣੇ ਕਹਿੰਦੇ ਨੇ, ਸਾਨੂੰ ਦਾਦੀ ਜੀ ਕਹਿੰਦੇ ਸਨ, ਥੋੜਾ ਖਾ ਤੇ ਦੇਰ ਤੱਕ ਖਾ। ਫਿਰ ਸੁਣੋ, ਥੋੜਾ ਖਾਓਗੇ ਨਾ ਤੇ ਦੇਰ ਤੱਕ ਖਾਓਗੇ, ਤੇ ਜ਼ਿਆਦਾ ਖਾਓਗੇ, ਇੱਕ ਦਿਨ ਡਾਕਟਰ ਕਹੇਗਾ ਹੁਣ ਬਸ ਹੀ ਕਰ ਦੋ, ਬਸ ਹੁਣ ਤੇਰਾ ਇਹ ਵੀ ਬੰਦ, ਇਹ ਵੀ ਬੰਦ, ਬੋਇਲਡ ਚੀਜ਼ਾਂ। ਤਾਂ ਮਹਾਰਾਜ ਇੱਥੇ ਸਾਨੂੰ ਇੰਡੀਕੇਸ਼ਨ ਦੇ ਰਹੇ ਨੇ ਕਿ ਰਹਿਣ ਗਵਾਈ ਸੋਏ ਕੈ। ਇਹ ਭਲਿਆ, ਰਾਤ ਤੇ ਤੂੰ ਗਵਾ ਦਿੱਤੀ ਸੋ ਕੇ, ਕਿਉਂਕਿ ਜਿਹੜਾ ਜ਼ਿਆਦਾ ਖਾਂਦਾ ਨਾ ਉਹਨੂੰ ਨੀਂਦ ਵੀ ਜ਼ਿਆਦਾ ਆਉਂਦੀ ਜੇ। ਸਾਨੂੰ ਮਹਾਂਪੁਰਖ ਕਹਿੰਦੇ ਸੀ ਰਾਤ ਨੂੰ ਘੱਟ ਖਾਣਾ, ਸਵੇਰੇ ਉੱਠਣ ਵਕਤ ਦਿੱਕਤ ਨਹੀਂ ਹੋਏਗੀ। ਤੁਸੀਂ ਕਦੀ ਓਵਰਲੋਡ ਕਰਕੇ ਸੋਵੋ ਖਾ ਕੇ, ਤੁਹਾਡੀ ਸਵੇਰੇ ਜਾਗ ਨਹੀਂ ਖੁੱਲੇਗੀ। ਜੇ ਜਾਗ ਖੁੱਲ ਵੀ ਗਈ, ਸਿਮਰਨ ਸੰਗਤ ਹੀ ਬੈਠੋਗੇ, ਤੁਹਾਨੂੰ ਨੀਂਦ ਆਏਗੀ। ਤੁਸੀਂ ਕਦੀ ਟਰਾਈ ਕਰ ਲੈਣਾ, ਜਿੰਨੀ ਰੋਟੀ ਖਾਂਦੇ ਹੋ ਰਾਤੀ ਥੋੜੀ ਘੱਟ ਖਾਓ, ਸਵੇਰੇ ਤੁਸੀਂ ਨੋਬਰ ਹੋਵੋਗੇ, ਤਾਜ਼ੇ ਹੋਵੋਗੇ, ਤੁਹਾਨੂੰ ਪਾਠ ਵਿੱਚ ਬੈਠੋਗੇ। ਇਹ ਜੁਗਤੀਆਂ ਨੇ, ਜੁਗਤੀ ਤੋਂ ਬਿਨਾਂ ਕੁਝ ਵੀ ਸੰਸਾਰ ਵਿੱਚ ਨਹੀਂ ਜੇ। ਪੜ੍ਹ ਕੇ ਆਏ ਨਾ, ਜੋਰ ਨਾ ਜੁਗਤੀ ਛੁੱਟੇ ਸੰਸਾਰ। ਸੰਸਾਰ ਦੀ ਪਕੜ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜੋਰ ਨਾ ਜੁਗਤੀ ਛੁੱਟੇ ਸੰਸਾਰ। ਇਹ ਸੰਸਾਰ ਦੀ ਪਕੜ ਵੀ ਨਹੀਂ ਛੁੱਟੀ ਜਾ ਸਕਦੀ ਬਿਨਾਂ ਜੁਗਤੀ ਤੋਂ ਮਹਾਰਾਜ ਅੱਜ ਇਹ ਕਹਿ ਰਹੇ ਨੇ, ਫਿਰ ਕੀ ਕਹਿ ਰਹੇ ਨੇ, ਹੀਰੇ ਜੈਸਾ ਜਨਮ ਹੈ, ਆਹ ਕੌਡੀ ਬਦਲੇ ਜਾਏ। ਹੀਰੇ ਜੈਸਾ, ਹੀਰਾ ਕਿਉਂ ਕਿਹਾ ਹੈ ਜਨਮ ਨੂੰ? ਪਤਾ ਕਿਉਂ? ਕਿਉਂਕਿ ਬੜੇ ਲੰਬੇ ਸਫ਼ਰ ਤੈਅ ਕਰਕੇ ਆਏ ਹਾਂ ਅਸੀਂ। ਹੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋਂ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿਤ ਮੇਂ, ਮੇਰਾ ਸਭੋ ਦੁੱਖ ਗਵਾਏ ਜੀਓ। ਦੂਰੋਂ, ਇਹ ਨਹੀਂ ਕਿ ਮੈਂ ਅੰਮ੍ਰਿਤਸਰ ਜਾ ਰਿਹਾ ਤੇ ਮੈਂ ਦਿੱਲੀੋਂ ਚੱਲ ਕੇ, ਉਹ ਦੂਰ ਦੀ ਗੱਲ ਨਹੀਂ ਹੋ ਰਹੀ, ਜਾਂ ਮੈਂ ਬੰਗਲਾ ਸਾਹਿਬ ਜਾਣਾ 20 ਕਿਲੋਮੀਟਰ ਤੇ ਨਹੀਂ। ਦੂਰੋਂ ਤੋਂ ਭਾਵ ਕਈ ਜਨਮਾਂ ਦਾ ਮੈਂ ਸਫ਼ਰ ਤੈਅ ਕਰਕੇ ਆ ਰਿਹਾ। ਗੁਰੂ ਸਾਹਿਬ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰਪਿਓ ਦਰਸ਼ਨ ਦੇਖੇ। ਮੈਂ ਬੜੇ ਜਨਮ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮਾਂ ਤੋਂ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਰ ਇਹ ਦੇ ਸੰਜਰੀਆ। ਬੜੇ ਚਿਰੰਕਾਲ ਤੋਂ, ਪਤਾ ਨਹੀਂ ਕਿਤਨੇ ਸਮਾਂ। ਮੈਂ ਅਕਸਰ ਬੇਨਤੀ ਕਰਨਾ, ਇਹ 84 ਲੱਖ ਜੂਨ, 7 ਲੱਖ ਅਰਬ ਸਾਲ, ਕਿਤਨੀ ਉਮਰ ਹੋ ਗਈ। 7 ਲੱਖ ਅਰਬ ਸਾਲ ਤੋਂ ਬਾਅਦ ਤਾਂ ਹੀ ਮਾਰੇ ਨੂੰ ਕਹਿਣਾ ਪਿਆ ਹੀਰੇ ਜੈਸਾ ਜਨਮ ਹੈ। ਹੀਰਾ, ਤੂੰ ਘੋੜੀਆਂ ਦੇ ਭਾਅ ਖਰਾਬ ਕਰ ਰਹੇ, ਕੁਝ ਸਮਾਂ ਤੈਨੂੰ ਮਿਲਿਆ। ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੇ ਬਾਰ। ਇਹ ਬਾਰ ਨਹੀਂ ਹੋਣਾ। ਫਿਰ ਐਗਜ਼ਾਮਪਲ ਦੇ ਰਹੇ ਨੇ, ਜਿਉ ਬਨ ਫਲ ਭਾਂਗ ਕੇ ਭੂਏ ਗਿਰੇ, ਬੋਹਰ ਨਾ ਲਾਗੇ ਡਾਰ। ਜਿਹੜਾ ਫਲ ਹੁੰਦਾ ਨਾ, ਅੰਬ ਕੋਈ ਫਲ, ਅਗਰ ਪੇੜ ਦੀ ਡਾਹਨੀ ਤੋਂ ਟੁੱਟ ਜਾਏ, ਭੂਏ ਗਿਰ ਜਾਏ, ਜ਼ਮੀਨ ਤੇ ਗਿਰ ਜਾਏ, ਬੋਹਰ ਨਾ ਲਾਗੇ ਡਾਰ, ਉਹ ਦੁਬਾਰਾ ਨਹੀਂ ਲੱਗੇਗਾ। ਤੁਸੀਂ ਭਾਵੇਂ ਕਹੋ ਜੀ ਮੈਂ ਫੈਵੀਕੋਲ ਨਾਲ ਜੋੜ ਲਾਂ, ਜਾਂ ਮੈਂ ਹੋਰ ਕੋਈ, ਜਿਹੜਾ ਫਲ ਆਪਣੇ ਜੜ ਤੋਂ, ਮੂਲ ਤੋਂ ਟੁੱਟ ਗਿਆ ਨਾ, ਉਹਨੇ ਦੁਬਾਰਾ ਨਹੀਂ ਲੱਗਣਾ ਜੀ। ਜੇ ਅਸੀਂ ਇਸ ਪੌੜੀ ਤੇ ਜੋ ਨਰ ਚੁੱਕਿਆ,
सो आए जाए दुख पाएंदा, फिर 84 लाख का गेट तैयार हो जाएगा। हीरे जैसा जन्म, तां ही क्या हीरे जैसा जन्म है। असी तंग दिलियां, निंदा, जैलसी, ਇਹਦੇ ਵਿੱਚ जन्म ਕੋਡੀਆਂ ਦਾ ਭਾਅ ਵੇਚੀ ਜਾ ਰਹੇ ਆ। ਇਸ ਤਰ੍ਹਾਂ ਸਮਝੋ ਕਿਸੇ ਨੂੰ ਨਾ, ਕਿਸੇ ਨੇ ਵੇਖਿਆ ਬੜਾ ਗਰੀਬ ਹੈ ਬੰਦਾ, ਤੇ ਰਾਜੇ ਨੂੰ ਤਰਸ ਆ ਗਿਆ ਬਈ ਇਹ ਕੁਲਾੜੀ ਚਲਾਉਣ ਵਾਲਾ ਮਜ਼ਦੂਰ ਹੈ, ਤੇ ਉਹਨੂੰ ਤਰਸ ਆ ਗਿਆ। ਉਹਨੇ ਉਸ ਨੂੰ ਨਾ ਇੱਕ ਬਾਗ ਦੇ ਦਿੱਤਾ ਚੰਦਨ ਦਾ, ਬਈ ਲੈ ਤੂੰ ਜੀਵਕਾ ਔਰ ਆਰਾਮ ਨਾਲ ਰਹਿ। ਉਹ ਰਾਜੇ ਨੇ ਜਦ ਬਾਗ ਦੇ ਦਿੱਤਾ ਤੇ ਸਾਲ ਬਾਅਦ ਉਹਨੇ ਕਿਹਾ ਚੱਲ ਮੈਂ ਉਹਨੂੰ ਵੇਖ ਕੇ ਆਨਾ ਵਾਂ, ਹੁਣ ਤੇ ਬੜੀ ਆਲੀਸ਼ਾਨ ਮਕਾਨ ਬਣੇ ਹੋਣਗੇ ਕਿਉਂਕਿ ਚੰਦਨ ਦਾ ਬਾਗ ਦੇ ਦਿੱਤਾ। ਉਹ ਸਾਲ ਬਾਅਦ ਆਇਆ, ਉਹਦੀ ਹਾਲਤ ਉਵੇਂ ਸੀ, ਉਸ ਤੋਂ ਬੱਤਰ ਸੀ। ਉਹਨੇ ਕਿਹਾ ਭਲੇ ਮਨੁੱਖਾ, ਤੈਨੂੰ ਮੈਂ ਚੰਦਨ ਦਾ ਬਾਗ ਦਿੱਤਾ ਹੈ, ਚੰਦਨ ਦਾ, ਤੇ ਤੂੰ ਸਾਰਾ ਬਾਗ ਉਡਾ ਦਿੱਤਾ ਹੈ। ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦੇ ਨੇ ਇੱਕ ਲੱਕੜ ਬਚੀ ਹੈ ਬਸ, ਸਾਰਾ ਬਾਗ ਤੂੰ ਖਤਮ ਕਰਤਾ, ਕਿੱਥੇ ਲਾਤਾ ਪੈਸਾ? ਕਹਿੰਦਾ ਮੈਂ ਤੇ ਜਦੋਂ ਵੀ ਠੰਡ ਪੈਂਦੀ ਸੀ ਲੱਕੜੀ ਤੋੜਦਾ ਸੀ, ਅੱਗ ਬਾਲਦਾ ਸੀ, ਹੱਥ ਸੇਕਦਾ ਸੀ ਪਿੰਡ ਵਾਲਿਆਂ ਨੂੰ ਇਕੱਠਾ ਕਰਕੇ। ਤੇ ਉਹਨੇ ਕਿਹਾ ਤੈਨੂੰ ਪਤਾ ਹੈ ਲੱਕੜ ਕੀ ਹੈ? ਕਹਿੰਦਾ ਨਹੀਂ। ਕਹਿੰਦਾ ਫਿਰ ਇੱਕ ਲੱਕੜ ਬਾਜ਼ਾਰ ਹੀ ਲੈ ਕੇ ਜਾ, ਜਿਹੜੀ ਬੱਚੀ ਹੈ। ਉਹ ਬਾਜ਼ਾਰ ਵਿੱਚ ਵੇਚਣ ਜਾਂਦਾ ਹੈ, ਉਹਦਾ ਜਦੋਂ ਪਤਾ ਲੱਗਦਾ ਇਤਨਾ ਮੁੱਲ ਹੈ, ਤੇ ਮੈਂ ਤੇ ਸਾਰਾ ਬਾਗ ਉਜਾੜ ਦਿੱਤਾ ਹੈ। ਸਾਡੀ ਵੀ ਹਾਲਤ ਇਹੀ ਹੋਈ ਹੈ। ਇਹ ਸਵਾਸਾਂ ਰੂਪੀ ਬਾਗ ਮਿਲਿਆ ਸਾਨੂੰ, ਚੰਦਨ ਦਾ ਬਾਗ ਮਿਲਿਆ ਹੈ, ਹੀਰੇ ਜੈਸਾ ਜਨਮ ਹੈ। ਹੀਰੇ ਦਾ ਮੁੱਲ ਨਹੀਂ ਹੁੰਦਾ। ਅਸੀਂ ਕੀ ਕੀਤਾ? ਕੋਲੇ ਬਣਾ ਕੇ ਨਾ ਸਾੜ ਕੇ ਉਹਨੂੰ ਵੇਚ ਦਿੱਤਾ। ਭਾਵ ਕਿ ਉਹਨੂੰ ਬਿਨਾਂ ਨਾਮ ਜਪੇ ਉਹ ਸਵਾਸਾਂ ਨੂੰ ਅਸੀਂ ਅਜ਼ਾਇਆ ਕਰ ਦਿੱਤਾ, ਬਿਲਕੁਲ ਅਜ਼ਾਇਆ ਕਰ ਦਿੱਤਾ। ਜਿਸ ਤਰ੍ਹਾਂ ਉਹਨੇ ਕੋਲੇ ਬਣਾ ਕੇ ਨਾ ਹੱਥ ਸੇਕਣ ਦੇ ਕੰਮ ਲਾ ਦਿੱਤੀ ਨਾ ਲੱਕੜ ਨੂੰ, ਅਸੀਂ ਵੀ ਵਿਸ਼ੇ ਵਿਕਾਰਾਂ ਦੇ ਵਿੱਚ ਆਪਣੇ ਹੀਰੇ ਜੈਸੇ ਜਨਮ ਨੂੰ ਕੋਡੀ ਦੇ ਭਾਅ ਵੇਚ ਆਏ। ਹੁਣ ਤੁਹਾਡੇ ਕੋਲ ਕੋਈ ਮਾਤਾ ਪਿਤਾ 50 ਲੱਖ ਦੀ ਕੋਠੀ ਦੇ ਜਾਏ ਤੇ ਕਹੇ ਜੀ ਮੈਂ ਹੁਣ ਬਾਹਰ ਜਾ ਰਿਹਾ, ਸਾਲ ਬਾਅਦ ਆਵਾਂਗਾ, 2 ਸਾਲ ਬਾਅਦ, ਤੁਸੀਂ ਉਸ ਕੋਠੀ ਨੂੰ ਵੇਚ ਕੇ ਤੇ ਕਿਰਾਏ ਤੇ ਰਹਿ ਰਹੇ ਹੋ, ਪਿਤਾ ਨੂੰ ਕਿਤਨਾ ਦੁੱਖ ਹੋਏਗਾ ਕਿ ਮੈਂ ਤੈਨੂੰ ਇੰਨੀ ਵੱਡੀ ਕੋਠੀ ਦੇ ਕੇ 2 ਕਰੋੜ ਦੀ, 4 ਦੀ, ਇਹ ਤੇ ਸਾਰਾ ਕੁਝ ਵੇਚ ਕੇ ਕਿਰਾਏ ਤੇ ਚਲਾ ਗਿਆ। ਅਸੀਂ ਕੋਡੀਆਂ ਦੇ ਭਾਅ ਆਪਣੇ ਕੀਮਤੀ ਰੂਪੀ ਸਵਾਸਾਂ ਨੂੰ ਅਸੀਂ ਅਜ਼ਾਇਆ ਗਵਾ ਰਹੇ ਹਾਂ। ਕੋਡੀ ਬਦਲੇ ਜਾਏ। ਰੱਬ ਤੇ ਹੀਰਾ ਹੈ। ਹੀਰਾ ਕੀ ਹੈ? ਰਤ ਮਾਰੇ ਕਹਿੰਦੇ ਨਾ, ਇੱਕ ਸ਼ਬਦ ਆਉਂਦਾ ਹੈ ਸੁਮਣੀ ਸਾਹਿਬ ਵਿੱਚ, ਹਾਂਜੀ ਯਾਦ ਆਇਆ, ਰਤਨ ਤਿਆਗ ਕੋਡੀ ਸੰਗ ਰਚੇ। ਵਾਹ, ਦੇਖੋ ਗੁਰੂ ਅਰਜਨ ਦੇਵ ਮਹਾਰਾਜ, ਰਤਨ ਕੀ ਹੈ? ਇਹ ਨਾਮ ਹੈ ਨਾ, ਰਤਨ ਹੈ। ਗੁਰੂ ਕਾ ਪੜਿਆ ਨਾ ਹੁਣੇ ਸਵੇਰੇ, ਗੁਰੂ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਗੁਰੂ ਦਾ ਜਿਹੜਾ ਸ਼ਬਦ ਹੈ ਉਹ ਹੀਰਾ ਹੈ, ਹੀਰਾ। ਤੇ ਮਹਾਰਾਜ ਕਹਿੰਦੇ ਰਤਨ ਤਿਆਗ ਕੋਡੀ ਸੰਗ ਰਚੇ। ਤੂੰ ਮਾਇਆ ਦੇ ਵਿੱਚ ਰਚਿਆ ਪਿਆ, ਸਾਚ ਛੋੜ ਝੂਠ ਸੰਗ ਮਚੇ। ਇੱਕ ਸੱਚ ਨਾਮ ਨੂੰ ਛੱਡ ਕੇ ਝੂਠੇ ਪਦਾਰਥਾਂ ਦੇ ਵਿੱਚ ਤੂੰ ਫਸਿਆ ਪਿਆ। ਜੋ ਛੱਡਣਾ ਸੋ ਅਸਥਿਰ ਕਰ ਜਾਣੇ, ਜੋ ਹੋਵਨ ਸੋ ਦੂਰ ਪਰਾਣੇ। ਜਿਹਨੂੰ ਤੂੰ ਛੱਡ ਕੇ ਜਾਣਾ ਉਹਨੂੰ ਸਥਿਰ ਮੰਨ ਰਿਹਾ, ਔਰ ਜਿੰਨੇ ਤੇਰੇ ਨਾਲ ਨਿਭਣਾ ਉਹਨੂੰ ਪਰਾਇਆ ਮੰਨ ਰਿਹਾ। ਛੋੜ ਜਾਏ ਤਿਸ ਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰ ਹਰੇ। ਜਿਹੜਾ ਤੇਰੇ ਸਹਾਈ ਰਹਿਣਾ ਉਹਨੂੰ ਪਰੇ ਪਰੇ ਕਰੀ ਜਾ ਰਹੇ। ਮਹਾਰਾਜ ਕਹਿੰਦੇ ਨੇ ਉਦਾਹਰਨ ਦਿੱਤਾ, ਚੰਦਨ ਲੇਪ ਉਤਾਰੇ ਧੋਏ ਗਰਦ ਪ੍ਰੀਤ ਪਸੰਦ ਸੰਗ ਹੋਏ। ਤੇਰਾ ਤੇ ਉਹ ਹਾਲ ਹੈ, ਚੰਦਨ ਨਾਲ ਮੰਨ ਦੋ ਨਾ ਖੋਤੇ ਨੂੰ, ਉਹ ਫਿਰ ਮਿੱਟੀ ਵਿੱਚ ਜਾ ਕੇ ਲਿਬੜ ਜਾਂਦਾ ਹੈ। ਅੰਧਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਅੰਧੇ ਕੂਏ ਦੇ ਵਿੱਚ, ਅਸੀਂ ਵਿਕਾਰਾਂ ਦੇ ਕੂਏ ਦੇ ਵਿੱਚ ਖੋ ਕੇ, ਮਹਾਰਾਜ ਕਹਿੰਦੇ ਨੇ ਹੀਰੇ ਜੈਸਾ ਜਨਮ ਹੈ, ਕੋਡੀ ਬਦਲੇ ਜਾਏ। ਮੈਨੂੰ ਇੱਕ ਗੱਲ ਯਾਦ ਆ ਰਹੀ ਹੈ। ਮਰਦਾਨਾ ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਤੁਸੀਂ ਜਿਸ ਤਰ੍ਹਾਂ ਬਿਰਤੀ ਲਾ ਕੇ ਨਾ ਜੁੜ ਜਾਂਦੇ ਹੋ, ਮੇਰੇ ਕੋਲ ਜੁੜਨ ਨਹੀਂ ਹੁੰਦਾ। ਪਤਾ ਨਹੀਂ ਕੀ ਗੱਲ ਹੈ, ਮੇਰਾ ਮਨ ਨਹੀਂ ਜੁੜਦਾ। ਮਹਾਰਾਜ ਕਹਿੰਦੇ ਨੇ ਮਰਦਾਨਿਆਂ, ਜਿਹੜੀ ਚੀਜ਼ ਦੂਰ ਹੁੰਦੀ ਹੈ ਨਾ ਉਹਨੂੰ ਤਵੱਜੋ ਦੇਣੀ ਪੈਂਦੀ ਹੈ, ਧਿਆਨ ਨਾਲ ਸੁਣਨਾ।
ਉਹਦੇ ਵਾਸਤੇ ਕੰਸਨਟ੍ਰੇਸ਼ਨ ਜਾਂ ऐसा लो कंसनट्रेट बनाना पैंदा है। कहता मैं बनाना बड़ा बनाना, मेरे को बनता ही नहीं है, मेरा ध्यान ही नहीं लगता, मैं बड़ी कोशिश करना। मारे कहते ने ये ना परमात्मा अनुभव करना होता है और पूरी तवज्जो देनी पैंदी है। कहता महाराज मैं बड़ी देना पर फिर भी नहीं। कहते तू सुरां ते हथ रखना है ते तू जिहड़ा पढ़दा हुंदा है शब्द ते तू दस देना है कि किस राग विच किहड़ियां सुरां ने। कहंदा वो ते मैनू अनुभव हैगा ना। कहंदे हुण गला है, सब दे गले ने, पर जिहड़ा अनुभव करके ये पढ़दा है उन्होंने पता लगता है। कहंदा पर वो भी गल ठीक है, मैं राग पढ़ लेना, सब कुछ मैनू अनुभव है, पर मैं जदों परमात्मा दे नाल इकमिक होना चाहना उदों मैनू नहीं हुंदा अनुभव। देखो कितना खूबसूरत सवाल है। महाराज कहंदे चल फिर। महाराज ना उन्होंने पाटली पुत्र लै गए एक जगह ते, मरदाना बाला भी नाल सी। महाराज कहंदे तेरे सवाल का जवाब मिलेगा। महाराज ने कहंदा भुख बड़ी लगी है। अक्सर महाराज एक उन्होंने भुख लगा के ते कईयां दा भला करदे सन। ते महाराज ने क्या भुख लगी है ते फिर रेत दे बैठे सन महाराज गुरु नानक पातशाह, पैर दे अंगूठे हिलाया रेत नूं ते एक लाल पत्थर कह लो वो कढ़िया ते कहंदे जा मरदानिया शहर विच चला जा, 3 कोह ते शहर है ते उत्थे जाके भुख मिटा लै इहनूं वेच के। हुण देखो वो लैके चला गया। वो पहला गया सब्जी वाले को, उन्हें कहा जी मैं भुख लगी है सब्जी दे दे। उन्हें वेख्या पता नहीं पत्थर है की है। उन्हें कहा मैं चलो चमकदा पिया वे, तू 2 मूलियां लै जा। कहंदा नहीं। चला गया अगे मिठाई वाले को। उन्हें कहा जी मैं तो पाई आ मिठाई दे सकना, होर इस तो उत्ते कुछ नहीं। कित्थे कपड़े वाले को चला गया। वो कहंदा जी मैं तो कुछ मीटर 1-2 मीटर कपड़ा दे दांगा, अच्छा लगता है, बच्चे खेडणगे घर विच। वो कहंदा मैनूं इहदे बदले माया। कहंदा माया नहीं, 1-2 मीटर कपड़ा लै जा। परेशान हो जाता है। कित्थे सामने ज्वैलर देख लैंदा है। जद उहदे कोल जांदा है, ध्यान देना, अगे उहदा नौकर बैठा हुंदा है। नौकर जद वेखदा है उहनूं समझ नहीं आती। ते नौकर ने भी अपने मालिक नूं सवाल कीता हुंदा है कि तुहानूं किवें पता लग जांदा है हीरा नूं वेख के है वधिया। कहंदे ने जद तू हीरियां दे विच रहेगा, बाती तवज्जो देगा, तैनूं एक दिन तैनूं भी ज्ञान हो जाएगा कि हीरा केड़ा वे ते पत्थर केड़ा वे। जद उस नौकर नूं जिहदा नाम अधरका, उसनूं पत्थर वो जो लाल दिता, उन्हें वेख्या, उन्होंने समझ नहीं आई पूरी तरह। वो अंदर सालस राय कोल गया, जोरी कोल, मालक कोल, उन्होंने बुलाया। उन्हें जद हीरा हाथ च वेख्या ना, उसकी चमक अंदरों गहराई नाल वेख्या, क्योंकि उन्होंने अनुभव सी। उन्हें की कीता? उन्हें क्या रुक। उन्हें एक सुच्चा कपड़ा लिया के ना उत्ते रखिया, उत्ते वो लाल रखिया ते कहंदा रुक गुरु दे प्यारिया जाई ना। अंदर गया, 100 रुपया लैके आया। ध्यान देना उस वेले टके आने पाइयां चलदियां सन। 100 रुपया उस वेले दी बड़ी वड्डी गल है। वो लैके आया, एक तो उसकी परिक्रमा की, हाथ जोड़ के नमस्कार करके 100 रुपया उहदे उत्ते रखिया ते मरदाने नूं कहंदा मरदानिया ये लाल भी लै जा ते 100 रुपया भी लै जा। कहंदा ये नहीं हो सकता, मैं जिस गुरु दा शिष्य हाँ ना, सेवक हाँ, वो मैनूं इजाजत नहीं देंदा। वो कहंदा ये मैं मुल नहीं दे रहा दा, ये दर्शनी भेटा दे रहा। ध्यान देना, मैं जिस उस्ताद कोलों ये काम सीखिया ना, उन्हें कहा ये इन्ना बेशुमार कीमती हीरा है, जे कदी किथे दर्शन हो जाना दे ते नमस्कार करी और 100 रुपया उहदी पेटा जरूर रखी।
देखो उन्हें क्या किन्नी को कीमत होएगी, उन्हें दसिया नहीं तो वापस आ गया। गुरु नानक पातशाह को लाया तो गुरु नानक पातशाह नूं कहंदा महाराज 100 मोहरा ने 100 रुपए ते नाल ये हीरा भी जोड़ा है वापस दिता है। महाराज कहंदे ने इस तरह नहीं हुंदा, जे वस्तु वेच के ही असीं चीज़ लैनी है। देखो इत्थों भी सेध मिलती है गुरु नानक पातशाह हक पराया नानका उस सूअर उस गाए गुर पीर हामा तां परे जां मुर्दार ना खाए। किसी का पराए का हक नहीं खाना। महाराज कहंदे वापस करके आ, ये साडे दिल इजाजत नहीं दे रहा। वो जांदा कहंदा जी नहीं जी या तो यह रखो, वो कहंदा जी नहीं मैं ये दर्शनी भेटा इहदा मुल तो मैं दे ही नहीं सकता। उन्हें कहा किन्ना मुल है, मैं इतिहास पढ़ रहा सी, कहंदे ने उस दा उन्हें जिक्र किया है कि 7 हिंदुस्तान खरीद लवाना ते तां भी उस मुल हीरे दा मैं दे नहीं सकता। भाव कि इत्थों साब ला लो इन्ने कीमती हीरे भी ने, तां ही मारे ने क्या भाई रे हर हीरा, ध्यान देना गुरु ग्रंथ साहब की पंक्ति है, पाई रे हर हीरा गुरमा है। हरी हीरा वे वो गुरु दे विच है। सत संगत सतगुर पाइए ऐनी शब्द साला है। वो सतगुरु जे हीरा तू भी चाहना ना नाम रूपी वो कीमती हीरा, ते संगत विच आके तैनूं दिन रात जपना पेगा सतनाम श्री वाहिगुरू। देखो मैनूं एक गल इत्थे च होर भी नज़र आई, ये वजह हीरे गुरु नानक दे पैरां थल्ले पे पैंदे पे ने। महाराज ने खाली पैर ही रगड़िया ना, वाहिगुरू पैर नहीं कहना, चरण ही रगड़िया ना। एक चरण दे अंगूठे नाल महाराज दे चरण दे अंगूठे विच अरबां रुपए दे हीरे पे हुए ने। असी ते हम धनवंत पागट सच ना है, हर 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 गुण गावे सह सुभाए। प्यो दादे का खोल डिठा खजाना ता मेरे मन भया निदाना। रतन लाल जाका कछू ना मोल, परे भंडार अखुट तोल। खावे खर्चे रन मिल पाई, तोट ना आवे वध दो जाए। को नानक जिस मस्तक लेख लिखाए, एत खजाने लह रजाए। मैं कहना गुरु नानक दे पैरों दे विच चरनां दे विच हीरे पे रुलदे पे ने। सारी उम्र माया गुरु नानक पातशाह नूं कहंदी सी मैनूं थां दे दो, महाराज ने थां नहीं दिती। 20 रुपए भी मिले सन ना, वो भी हालांकि पिता कोलों मूँह ते चपेट भी खा ली, पर 20 रुपए नूं ही माया नूं नाल नहीं लग्या। कित्थे गए ने, माया नहीं लैके गए। गुरु अंगद देव जी को भी आई, उन्होंने हटा दी। गुरु अमरदास पातशाह ने क्या भाई तू, उन्होंने भी अंदर नहीं आन दी। पर वो इतनी माया परेशान हो गई। गुरु रामदास महाराज का हिरदा सी, कहने माया सानू सानू जगह दे, असी भी सफला होनी चाहनी हाँ। तुहाडे वर्गे गुरमुख दे मैं कुछ कारज आना चाहनी हाँ, मैं किसी गरीब का पेट भरना चाहनी हाँ, मैं इत्थे मैनू थां दो। फिर गुरु रामदास पातशाह ने डिठे सभे थाव नहीं तुद जेहा, उस स्थान ते गुरु रामदास पातशाह दे देखो माया नू पहली बारी गुरु घर दे अंदर इजाजत हुई सी कि वह माया सफलिया होनी चाहती सी। माया ने पुकार की सी, मनु ते इन्ने इन्ने भैड़े बंदियां ने तजोरियां विच बंद करके रखिया है। मैं चाहनी हाँ तुहाडे वर्गे नाम जपण वालियां दे मैं चरनां विच रवांगी ते मेरा भी भला हो जाएगा। देखो माया भी सफली होने वास्ते गुरु दे चरनां विच अरदास कर रही है। कितनी वड्डी गल है। ते गुरु नानक पातशाह दे एवें पै चरण दा एक अंगूठा ही हले कीता है। वो कहंदा जी मैं ते इहदी दर्शनी भेटा दे रहा, मुल ते मैं सारा परिवार इकट्ठा कर ला तां नहीं दे सकदा। ते कहंदे ने फिर उस मैनू अपने कामल गुरु नाल मिला। अदरके नू नाल भेजिया नौकर नू, कहंदे ने मैं प्रशादा तैयार करा के लिया रहा अदरका, तू पहुंच मैं आ रहा। महाराज दे मरदाने दे नाल पहुंचा शहर दे बाहर, महाराज नू नमस्कार कीती अदरके ने, ते हथ जोड़ के जद महाराज दा चेहरे दे जलाल देखिया, रूप देखिया, दर्शन देखत ही सुध की ना सुध रही, बुध की ना बुध रही, मत में ना मत है। कहना महाराज बख्श लो मनु, क्योंकि वो अध्यात्मक बंदा सी, नाम जपण वाला सी। महाराज मेरे ते कृपा कर दो, मनु सेवक बना लो। महाराज ने फिर की किया, उहदे सीस ते हथ रख दिता।
देखो ये महाराज की वड्याई है। समर्थ गुरु सिर हाथ धरियो, गुर कीनी किरपा हर नाम दियो, जिन देख चरण अगन हरो। ਜਦੋਂ ਪੂਰਾ ਗੁਰੂ ਸਮਰੱਥ ਗੁਰੂ ਕਿਸੇ ਤੇ ਹੱਥ ਰੱਖਦੇ ਨਾ, ਉਹਦੇ ਕਪਾਟ ਖੁੱਲ ਜਾਂਦੇ ਨੇ। ਤੇ ਮਹਾਰਾਜ ਕਹਿੰਦੇ ਨੇ ਮੈਂ ਇੱਥੇ ਮੰਜੀ ਥਾਪਣ ਆਇਆ ਸੀ, ਜਿਸ ਤਰ੍ਹਾਂ 22 ਮੰਜੀਆਂ ਗੁਰੂ ਅਮਰਦਾਸ ਨੇ ਥਾਪੀਆਂ, ਮੈਂ ਇੱਥੇ ਇਹ ਧਰ ਕੇ ਮੰਜੀ ਮੈਂ ਤੈਨੂੰ ਪ੍ਰਚਾਰਕ ਬਣਾਉਣਾ ਚਾਹੁੰਦਾ। ਇਤਨੀ ਦੇਰ ਤੱਕ ਸਾਲਸ ਰਾਏ ਜੋਰੀ ਵੀ, ਮਾਲਕ ਵੀ ਆ ਗਿਆ ਉਹਦਾ, ਪ੍ਰਸ਼ਾਦਾ ਲੈ ਕੇ ਆਇਆ, ਨਮਸਕਾਰ ਕੀਤੀ। ਜਦ ਮਹਾਰਾਜ ਵੱਲ ਵੇਖਿਆ ਤੇ ਵੇਖਦਿਆਂ ਉਹਦੀ ਵੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਤੇ ਮਹਾਰਾਜ ਨੂੰ ਪ੍ਰਸ਼ਾਦਾ ਛਕਾਇਆ, ਹੱਥ ਜੁੜ ਗਏ। ਕਹਿਣ ਲੱਗਾ ਮਹਾਰਾਜ ਮੇਰਾ ਵੀ ਜਨਮ ਮਰਨ ਕੱਟ ਦਿਓ, ਕਿਉਂਕਿ ਉਹਨਾਂ ਨੂੰ ਪਤਾ ਸੀ ਜਿਹਨੂੰ ਹੀਰੇ ਦੀ ਪਰਖ ਸੀ ਤੇ ਉਹਨੂੰ ਨਾਮ ਜਪਣ ਵਾਲੇ ਦੀ ਵੀ ਪਰਖ ਸੀ। ਉਹ ਕਹਿੰਦਾ ਮੈਨੂੰ ਆਪਣਾ ਬਣਾ ਲਓ। ਕਹਿੰਦੇ ਨੇ ਮੈਂ ਬਣਾਉਣਾ ਤੇ ਤੈਨੂੰ ਸੀ, ਪਰ ਵह ਧਰਕਾ ਪਹਿਲਾਂ ਆਇਆ, ਮੈਂ ਇਹਨੂੰ ਮੰਜੀ ਥਾਪ ਦਿੱਤੀ ਏ। ਜੇ ਤੂੰ ਚਾਹੁੰਦਾ ਮੰਜੀ ਤੈਨੂੰ ਮਿਲੇ ਤੇ ਮੇਰਾ ਇੱਕ ਕੰਮ ਕਰੇਗਾ। ਕਹਿੰਦਾ ਕੀ ਕਰਾਂ ਸਾਲਸ ਰਾਏ? ਕਹਿੰਦਾ ਤੈਨੂੰ ਫਿਰ ਆਪਣੇ ਨੌਕਰ ਦੇ ਪੈਰੀ ਪੈਣਾ ਪਏਗਾ। ਮਹਾਰਾਜ ਕਹਿੰਦੇ ਨੇ ਦੇਖੋ ਉਹਨੇ 1 ਮਿੰਟ ਨਹੀਂ ਲਾਇਆ, ਮਹਾਰਾਜ ਦਾ ਹੁਕਮ ਮੰਨ ਲਿਆ, ਨੌਕਰ ਦੇ ਪੈਰੀ। ਕਹਿੰਦੇ ਨੇ ਨੌਕਰ ਨਹੀਂ, ਮੇਰਾ ਪੁੱਤਰ ਹੈ। ਅਸੀਂ ਫੈਕਟਰੀਆਂ ਵਿੱਚ, ਘਰਾਂ ਦੇ ਵਿੱਚ ਅਸੀਂ ਨੌਕਰ ਕਹਿੰਦੇ ਹਾਂ ਨਾ। ਦੇਖੋ ਕੋਈ ਸਾਨੂੰ ਕਵੇ ਤੁਸੀਂ ਨੌਕਰ ਦੇ ਪੈਰੀ ਪੈ ਜਾਓ, ਪੈ ਜਾਓਗੇ? ਫਿਰ ਜੋਰੀ ਇੰਨਾ ਵੱਡਾ ਸਾਲਸ ਰਾਏ ਜੋਰੀ, ਜਿਹੜਾ ਪਾਟਲੀ ਪੁੱਤਰ ਪਟਨਾ ਦੇ ਅੰਦਰ, ਉਸ ਵੇਲੇ ਉਹਨੇ ਮਿੰਟ ਇੱਕ ਨਹੀਂ ਲਾਇਆ, ਚਰਨਾਂ ਤੇ ਡਿੱਗ ਪਿਆ। ਤੇ ਜਿਉਂ ਡਿੱਗਿਆ ਤੇ ਮਹਾਰਾਜ ਨੇ ਕਿਹਾ ਇਹ ਦੇਣੀ ਤੇ ਮੈਂ ਦਰਕੇ ਨੂੰ ਸੀ ਮੰਜੀ, ਪਰ ਤੇਰੀ ਨਿਮਰਤਾ ਵੇਖ ਕੇ ਇਹ ਮੰਜੀ ਮੈਂ ਤੈਨੂੰ ਥਾਪ ਰਿਹਾ ਵਾਂ। ਔਰ ਇੱਕ ਗੱਲ ਯਾਦ ਰੱਖੀ, ਤੇਰੀ ਉਮਰ ਜ਼ਿਆਦਾ ਨਹੀਂ ਹੈ ਸਾਲਸ ਰਾਏ, ਔਰ ਜਦੋਂ ਤੂੰ ਇੱਥੋਂ ਕੂਚ ਕਰਨਾ ਆਪਣੇ ਬੱਚਿਆਂ ਨੂੰ ਇਹ ਮੰਜੀ ਨਾ ਦਈ, ਇਹ ਪ੍ਰਚਾਰਕ ਨਹੀਂ, ਇਹ ਅਦਰਕੇ ਨੂੰ ਦਈ, ਤੇ ਅਦਰਕੇ ਦਾ ਪਰਿਵਾਰ ਫਿਰ ਅੱਗੇ ਲੈ ਕੇ ਜਾਏਗਾ। ਤੇ ਮਹਾਰਾਜ ਚੱਲੋ ਫਿਰ ਸਾਡੇ ਘਰ। ਤੇ ਮਹਾਰਾਜ ਕਹਿੰਦੇ ਨੇ ਅਸੀਂ ਆਵਾਂਗੇ, ਤੇਰੀ ਹਵੇਲੀ ਜ਼ਰੂਰ ਆਵਾਂਗੇ, ਪਰ 10ਵੇਂ ਜਾਮੇ 'ਚ ਆਵਾਂਗੇ। ਧਿਆਨ ਦੇਣਾ, ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤਾ, ਹਾਂ ਤੂੰ ਵੀ ਨਹੀਂ ਹੋਏਗਾ ਦਰਕਾ, ਤੇ ਸਾਲਸ ਰਾਏ ਤੂੰ ਵੀ ਨਹੀਂ ਹੋਏਗਾ। ਸਰੀਰ ਰੂਪੀ ਕਰਕੇ ਇਸ ਰੂਪ ਵਿੱਚ ਅਸੀਂ ਵੀ ਨਹੀਂ ਹੋਵਾਂਗੇ, ਪਰ ਜੋਤ ਸਾਡੀ ਉਹੀ ਹੋਏਗੀ, ਅਸੀਂ 10ਵੇਂ ਜਾਮੇ 'ਚ ਆਵਾਂਗੇ। ਔਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਰਿਵਾਰ ਲੈ ਕੇ ਚੱਲੇ ਨਾ, ਪਹਿਲਾਂ ਗਊ ਘਾਟ ਆਏ। ਧਿਆਨ ਦੇਣਾ, ਜਿਹੜਾ ਗਊ ਘਾਟ ਗੁਰਦੁਆਰਾ ਹੈ, ਉੱਥੇ ਜੈਤਾਮਲ ਹੁੰਦੇ ਸਨ, ਉਹਨਾਂ ਦੇ ਕੋਲ ਬੈਠੇ, ਉਹਨੂੰ ਵੱਡੀ ਸੰਗਤ ਕਹਿੰਦੇ ਨੇ, ਉੱਥੇ ਛੋਟੀ ਸੰਗਤ ਸੀ, ਕਿਉਂਕਿ ਉਹ ਬੜਾ ਨਾਮ ਜਪਣ ਵਾਲਾ ਸੀ ਜੈਤਮਲ। ਉਹਦੇ ਨਾਮ ਜਪਣ ਕਰਕੇ ਮਹਾਰਾਜ ਉਹਦੇ ਕੋਲ ਗਏ। ਤੇ ਜਦ ਉੱਥੇ ਗਏ, ਗੁਰੂ ਨਾਨਕ ਪਾਤਸ਼ਾਹ ਜਦ ਉੱਥੇ ਗਏ ਤੇ ਉਸ ਨੂੰ ਦਰਸ਼ਨ ਕੀਤੇ ਮਹਾਰਾਜ ਨੇ, ਮਹਾਰਾਜ ਦੇ ਦਰਸ਼ਨ ਕੀਤੇ ਜੈਤਮਲ ਨੇ, ਬੜਾ ਖੁਸ਼ ਹੋਇਆ। ਤੇ ਉਹਦੀ ਇੱਕ ਸਿਫਤ ਸੀ, ਮਹਾਰਾਜ ਕਹਿੰਦੇ ਨੇ, ਉਹ ਕਹਿੰਦਾ ਵੀ ਮੈਨੂੰ ਵੀ ਬਖਸ਼ ਦਿਓ ਮਹਾਰਾਜ। ਜੈਤਮਲ ਕਹਿੰਦੇ, ਮਹਾਰਾਜ ਕਹਿੰਦੇ ਨੇ ਅਸੀਂ ਤੈਨੂੰ ਨਾ 10ਵੇਂ ਜਾਮੇ 'ਚ ਬਖਸ਼ਣ ਆਵਾਂਗੇ, 9ਵੇਂ ਜਾਮੇ ਤੱਕ। ਉਹ ਕਹਿੰਦਾ ਮੈਂ ਤਾਂ ਹੁਣ ਹੀ ਬਜ਼ੁਰਗ ਹੋਇਆ ਪਿਆ, ਇੰਨੀ ਲੰਬੀ ਉਮਰ, ਔਰ ਮੇਰਾ ਫਿਰ ਨੇਮ ਟੁੱਟ ਜਾਏਗਾ, ਮੈਂ ਰੋਜ਼ ਗੰਗਾ ਤੇ ਇਸ਼ਨਾਨ ਕਰਨ ਜਾਣਾ। ਮਹਾਰਾਜ ਕਹਿੰਦੇ ਚਿੰਤਾ ਨਾ ਕਰ, ਇਸ ਗੱਲ ਦਾ ਵਾਅਦਾ ਹੈ ਸਾਡਾ, ਤੂੰ ਬਜ਼ੁਰਗ ਵੀ ਹੋ ਗਿਆ ਨਾ, ਗੰਗਾ ਤੈਨੂੰ ਇਸ਼ਨਾਨ ਕਰਾਉਣ ਤੇਰੇ ਘਰ ਆਏਗੀ। ਉਹ ਗਊ ਇਸ਼ਨਾਨ ਕਰਾਉਣ ਉਹਦੇ ਘਰ ਆਉਂਦੀ ਸੀ। ਫਿਰ ਇਸ਼ਨਾਨ ਜਦ ਤੱਕ ਕਰਾਉਂਦੀ ਰਹੀ, ਇਸ਼ਨਾਨ ਜਦ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਉਸ ਸਥਾਨ ਤੇ ਨਹੀਂ ਪਏ। ਤੇ ਫਿਰ ਉਹਨਾਂ ਨੇ ਜਦ ਗਏ ਤੇ ਪਿੱਲਰ, ਜਿਸ ਤਰ੍ਹਾਂ ਉਹਦੀ ਛਾਨਣੀ ਬਣਾਉਣੀ ਸੀ, ਤੇ ਉਹਨਾਂ ਨੇ ਪਿੱਲਰ 2 ਸ਼ਤੀਰ ਇਕੱਠੇ ਕੀਤੇ, ਲੈ ਕੇ ਆਏ, ਬਣਾਉਣ ਲੱਗੇ। ਇੱਕ ਵੱਡਾ ਸੀ, ਇੱਕ ਛੋਟਾ ਸੀ। ਤੇ ਮਿਸਤਰੀ ਕਹਿੰਦਾ ਇੱਕ ਵੱਡਾ ਇੱਕ ਛੋਟਾ ਕਟਾਣਾ ਪਏਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਕਟਾਣਾ ਨਹੀਂ ਹੈ। ਮੇਰ ਦੀ ਨਜ਼ਰ ਮਾਰੀ, ਨਾਪਿਆ, ਬਰਾਬਰ ਸੀ। ਪਰ ਮਹਾਰਾਜ ਕਹਿੰਦੇ ਹੁਣ ਇਹ ਪਿੱਲਰਾਂ ਦੇ ਨਾਲ ਇਹਦੀ ਛੰਨੀ ਨਹੀਂ ਬਣੇਗੀ। ਤੁਸੀਂ ਜਾਓ, ਉਸ ਗੁਰਦੁਆਰੇ ਦਾ ਨਾਮ ਗਊ ਘਾਟ ਹੈ, ਉੱਥੇ ਥੰਬ ਅੱਜ ਵੀ ਲੱਗੇ ਨੇ, ਅੱਜ ਵੀ ਕਈ ਸੰਗਤਾਂ ਜਾ ਕੇ ਜੱਫਾ ਪਾਉਂਦੀਆਂ ਨੇ। ਉਸ ਗੁਰਦੁਆਰੇ ਦਾ ਨਾਮ ਗਊ ਘਾਟ ਹੈ। ਉੱਥੇ ਆਪ ਗੰਗਾ ਚੱਲ ਕੇ ਇਸ਼ਨਾਨ ਕਰਾਉਂਦੀ ਸੀ। ਤੇ ਮਹਾਰਾਜ ਨੇ ਆ ਕੇ ਉਧਾਰ ਕੀਤਾ। ਵਾਹਿਗੁਰੂ। ਮਹਾਰਾਜ ਨੇ ਆ ਕੇ ਉਧਾਰ ਕੀਤਾ। ਹਾਂਜੀ ਆ ਰਹੀ ਆਵਾਜ਼? ਆਵਾਜ਼ ਆ ਰਹੀ ਹੈ?
आवाज़ आ रही है जी? हाँ जी, हाँ जी। तो फिर महाराज उस हवेली दे अंदर 9वें जामे विच गुरु तेग बहादुर परिवार लैके मामा किरपाल चंद जी, गुरु तेग बहादुर, नानकी जी, माता गुजरी जी सारे परिवार दे नाल आए। जदों महाराज ने अगे असाम जाना सी, कोई राजियां दी सुलह करनी सी, उस पटने दी धरती ते पहुंचे। उस सालस राय जोहरी दे ਜਿਹੜੇ गुरु नानक पातशाह ਦੇ बचन सन उस ते परिवार रुकिया। कोई 5वां या 6वां महीना चल रहा सी माता गुजर कौर दा। उस वेले फिर महाराज चले गए अगे। फिर जिस धरती ते महाराज दा प्रकाश होया, दई प्रकाश हमारा पयो पटना शहर विखे पाव लियो। गुरु गोबिंद सिंह महाराज दा उत्थे फिर प्रकाश होया, जिथे अज तखत श्री हरमंदर साहब पटना साहब है, जिथे आप दर्शन करन जाते हो। उस स्थान ते वो सालस राय जोहरी दी वो हवेली सी जिन्हों गुरु महाराज ने भाग लगाए ते ये दसिया कि भाई जे तुसी संसार दे विच रहिंदे हो ते सवासां जिहड़े सवास ने ना ਉਹਨੂੰ ਤੁਸੀਂ ਸੰਭਾਲਣ ਦਾ ਯਤਨ ਕਰੋ। ਕੋਡੀਆਂ ਦੇ ਭਾਅ ਸਵਾਸ ਨਾ ਵੇਚੋ, ਕਿਉਂਕਿ ਬੜੇ ਕੀਮਤੀ ਸਵਾਸ ਨੇ। ਕਿਉਂਕਿ ਇਹ ਸਾਲਸ ਰਾਏ ਜੋਰੀ ਨੇ ਸਮਝ ਲਿਆ ਸੀ ਕਿ ਜਿਹੜਾ ਜਿਸ ਨੂੰ ਪਤਾ ਲੱਗ ਜਾਂਦਾ ਨਾ ਸਵਾਸਾਂ ਦੀ ਕੀਮਤ ਹੈ, ਹੁਣ ਪਤਾ ਲੱਗ ਜਾਏ ਤੇ ਉਹ ਫਿਰ ਸੰਭਾਲ ਕੇ ਕਰਦਾ ਹੈ ਸਵਾਸ ਨੂੰ। ਜੋਰੀ ਨੂੰ ਪਤਾ ਲੱਗ ਗਿਆ ਸੀ ਉਸ ਹੀਰੇ ਦੀ ਕੀਮਤ ਦਾ, ਕਿਉਂਕਿ ਉਹ ਜੋਰੀ ਸੀ। ਤੇ ਜਿੱਥੇ ਉਹਨੂੰ ਇਹ ਗਿਆਨ ਸੀ ਉੱਥੇ ਮਹਾਰਾਜ ਨੇ ਇਹ ਵੀ ਗਿਆਨ ਦੇ ਦਿੱਤਾ ਕਿ ਤੇਰਾ हीरे जैसा जन्म है भाई, इन कोडी दे पा ना गवा। तो महाराज दे चरनी पै गया। अरदास करो मेरी भी अपनी भी कि साडा भी जिहड़ा जन्म है कोडियां दे पा ना असी अपना जिस तरह कोई लाखां रुपया दे के ते हज़ारां दी चीज़ ना खरीद लियाईए। महाराज कहंदे ने ये जन्म तैनूं हीरे वर्गा मिलिया है। और कईयां नूं पुछीदा कि चलो असी यह काम कर रहे हैं जी, टाइम पास कर रहे हैं। भाई टाइम ना पास करो, टाइम नूं सफला करो, क्योंकि कोडियां दे भाव इस जन्म नूं गवा दिता। फिर मैं कह रहा इस पौड़ी ते जो नर चूके सो आए जाए दुख पाएंदा। जदों भी इस पौड़ी तो थिरक गया काल रूपी, जदों काल ने झपट्टा मार लेना उस वेले फिर सब धरिया धराया रह जाना है। जितने पदार्थ ने, जितनी तवज्जो दे के तू पदार्थ इकट्ठे कीते ने, फिर वो पदार्थां तो तू एक श्वास भी नहीं लै सकदा। सो बड़े कीमती श्वास सतगुरु ने हीरे दे नाल इहदी तुलना करके, क्योंकि सब तो कीमती हीरे ने पन्ना में इहो ने ना, तो महाराज ने उहदे नाल जोड़ के सानू समझाना कीता है भाई हे मनुख तेरा भी हीरे वर्गा जन्म है, कोडियां दे पा ना गवा। इस करके जेड़े शरीर नाम नहीं जपदे उन्हां प्रति आज गुरु नानक पातशाह कह रहे ने रैन गवाई सोए कै दिवस गवाया खाए, हीरे जैसा जन्म है कोडी बदले जाए। हुण अपनी मन की पत्तरी असी वाचनी है, किहड़े श्वास असी गुरु दे लेखे लगते पे ने, किहड़े श्वास साडे अजाया जा रहे ने। महाराज भली करन, रहमत करन, सब दे श्वास सफले होण, सब दा गाविया सुनिया उस दरगाह विच प्रवान होवे। नित संगत करो, नित अमृत वेले जागो, नित अमृतमई बाणी पढ़ो, अपने श्वासां दी पूंजी नूं अच्छे ढंग नाल जीण दा यतन करो, ताकि कोडियां दे पास ही वेच ना जाइए। जिस तरह उन्हें सारा बाग उजाड़ दिता चंदन दा, यह ना होवे असी भी श्वासां दा बाग सारा उजाड़ दईए ते पल्ले हथ कुछ भी ना आवे। सो महाराज बख्शिश करन, सब दे श्वास सफले होण, क्योंकि जिहड़े संगत विच श्वास लैंदे हो ना, महाराज कहंदे ने सत संगत सतगुर पाइए ऐनिस शब्द सलाहे। संगत विच ले श्वास उन्हां दा मुल वधदा ही जांदा है, फिर वो श्वास सफले हो जाते हैं। तो महाराज सब ते रहमतां भरिया हथ रखन। भुलां नेकां ही होईयां ने, वो दास दियां ने, बचन गुरु दे ने, वो हिरदे विच वसाओ ते गुरु दा शुकराना करो। वाहिगुरू जी का खालसा, वाहिगुरू जी की फतेह।